ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਫਿਰ ਤੋਂ ਆਪਾਂ ਆਪਣੇ ਚੈਪਟਰ ਬੇਸਿਕ ਕਨਸੈਪਟ ਆਫ ਕੈਮਿਸਟਰੀ ਨੂੰ ਫਰਦਰ ਕੰਟੀਨਿਊ ਕਰਨ ਲੱਗੇ ਆ। ਸੋ ਇਸ ਤੋਂ ਪਹਿਲਾਂ ਮੈਂ ਆਪਣੀ ਬਰੀਫ ਇੰਟਰੋਡਕਸ਼ਨ ਦੇਣੀ ਚਾਹਾਂਗੀ। ਮੈਂ ਰੁਪਿੰਦਰ ਕੌਰ, ਲੈਕਚਰਰ ਕੈਮਿਸਟਰੀ, ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਲੁਧਿਆਣਾ। ਸੋ ਇਸੇ ਚੈਪਟਰ ਦੇ ਵਿੱਚੋਂ ਅੱਜ ਜਿਹੜਾ ਮੈਂ ਟੌਪਿਕ ਤੁਹਾਡੇ ਨਾਲ ਡਿਸਕਸ ਕਰਨ ਲੱਗੀ ਆ, ਉਸ ਟੌਪਿਕ ਦਾ ਨਾਮ ਹੈ ਜੀ ਰੈਡੀਕਲਸ। ਰੈਡੀਕਲਸ ਐਕਚੁਅਲੀ ਰੈਡੀਕਲਸ ਕੀ ਹੁੰਦੇ ਆ, ਪਹਿਲਾਂ ਮੈਂ ਇਹਦੀ ਤੁਹਾਨੂੰ ਇੱਕ ਬਰੀਫ ਜੀ ਹਿਸਟਰੀ ਦੱਸਾਂਗੀ। ਰੈਡੀਕਲਸ ਅਸੀਂ ਜਦੋਂ ਕਿਸੇ ਵੀ ਇਨਆਰਗੈਨਿਕ ਕੰਪਾਊਂਡ ਦਾ ਫਾਰਮੂਲਾ ਲਿਖਦੇ ਆ, ਮੰਨ ਲਓ ਮੇਰੇ ਕੋਲ ਇੱਕ ਇਨਆਰਗੈਨਿਕ ਕੰਪਾਊਂਡ ਹੈ, ਸਪੋਜ਼ ਸੋਡੀਅਮ ਕਲੋਰਾਈਡ। ਤਾਂ ਇਹ ਇਨਆਰਗੈਨਿਕ ਕੰਪਾਊਂਡ ਦੋ ਹਿੱਸਿਆਂ ਦਾ ਬਣਿਆ ਹੋਇਆ ਹੈ। ਇਹਦੇ ਇੱਕ ਹਿੱਸਾ ਪੋਜ਼ਿਟਿਵ ਹੁੰਦਾ, ਦੂਸਰਾ ਹਿੱਸਾ ਨੈਗੇਟਿਵ ਹੁੰਦਾ। ਤਾਂ ਕਿਸੇ ਵੀ ਇਨਆਰਗੈਨਿਕ ਕੰਪਾਊਂਡ ਦੇ ਇਹਨਾਂ ਦੋਨਾਂ ਹਿੱਸਿਆਂ ਨੂੰ ਅਸੀਂ ਕੀ ਕਹਿੰਦੇ ਆ? ਦੇ ਆਰ ਨੋਨ ਐਜ਼ ਰੈਡੀਕਲਸ। ਇਸ ਨੂੰ ਨੈਗੇਟਿਵ ਹਿੱਸੇ ਨੂੰ ਵੀ ਅਸੀਂ ਕੀ ਕਵਾਂਗੇ? ਰੈਡੀਕਲ। ਸੋ ਜਿਹੜੇ ਹਿੱਸੇ ਤੇ ਪੋਜ਼ਿਟਿਵ ਚਾਰਜ ਹੈ ਉਹਨੂੰ ਅਸੀਂ ਕਵਾਂਗੇ ਇਲੈਕਟ੍ਰੋ ਪੋਜ਼ਿਟਿਵ ਰੈਡੀਕਲ, ਔਰ ਜਿਹੜੇ ਹਿੱਸੇ ਤੇ ਨੈਗੇਟਿਵ ਚਾਰਜ ਹੈ ਉਹਨੂੰ ਅਸੀਂ ਕਵਾਂਗੇ ਇਲੈਕਟ੍ਰੋ ਨੈਗੇਟਿਵ ਰੈਡੀਕਲ। ਸੋ ਇਹ ਜਿਹੜਾ ਇਲੈਕਟ੍ਰੋ ਪੋਜ਼ਿਟਿਵ ਰੈਡੀਕਲ ਹੈ ਇਹਨੂੰ ਅਸੀਂ ਬੇਸਿਕ ਰੈਡੀਕਲ ਵੀ ਕਹਿੰਦੇ ਆ, ਔਰ ਜਿਹੜਾ ਇਲੈਕਟ੍ਰੋ ਨੈਗੇਟਿਵ ਰੈਡੀਕਲ ਹੈ ਇਹਨੂੰ ਅਸੀਂ ਐਸਿਡਿਕ ਰੈਡੀਕਲ ਵੀ ਕਹਿੰਦੇ ਆ। ਇਹਨੂੰ ਬੇਸਿਕ ਰੈਡੀਕਲ ਕਿਉਂ ਕਿਹਾ ਜਾਂਦਾ, ਇਹਨੂੰ ਅਸੀਂ ਐਸਿਡਿਕ ਰੈਡੀਕਲ ਕਿਉਂ ਕਹਿੰਦੇ ਆ? ਰਾਜੇ ਜਦੋਂ ਅਸੀਂ ਕੋਈ ਵੀ ਐਸਿਡ ਜਾਂ ਬੇਸ ਆਪਸ ਦੇ ਵਿੱਚ ਮਿਕਸ ਕਰ ਲਈਏ, ਮੰਨ ਲਓ ਮੇਰੇ ਕੋਲ ਐਸਿਡ ਹੈਗਾ HCl ਔਰ ਬੇਸ ਹੈਗਾ ਮੇਰੇ ਕੋਲ ਸੋਡੀਅਮ ਹਾਈਡਰੋਕਸਾਈਡ। ਸਾਡੇ ਕੋਲ ਇਹਨਾਂ ਦੇ ਵਿੱਚ ਆਪਸੀ ਪ੍ਰਕਿਰਿਆ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਆ ਨਿਊਟਰਲਾਈਜੇਸ਼ਨ ਰਿਐਕਸ਼ਨ। ਮਤਲਬ ਕਿ ਐਸਿਡ ਦੇ ਹਾਈਡਰੋਜਨ ਆਇਨ ਬੇਸ ਦੇ OH ਆਇਨ ਨੂੰ ਦੇ ਨਾਲ ਰਿਐਕਟ ਕਰਕੇ ਨਿਊਟਰਲ ਵਾਟਰ ਬਣਾਉਂਦੇ ਆ, ਰਾਈਟ। ਹਾਈਡਰੋਜਨ ਆਇਨ ਪੋਜ਼ਿਟਿਵ ਹੁੰਦੇ ਆ, OH ਆਇਨ ਨੈਗੇਟਿਵ ਹੁੰਦੇ ਆ, ਔਰ ਹਾਈਡਰੋਜਨ ਆਇਨ ਐਸਿਡਿਕ ਬਿਹੇਵੀਅਰ ਸ਼ੋ ਕਰਦੇ ਆ, OH ਆਇਨ ਬੇਸਿਕ ਬਿਹੇਵੀਅਰ ਸ਼ੋ ਕਰਦੇ ਆ। ਤਾਂ ਜਦੋਂ ਕਿਸੇ ਵੀ ਐਸਿਡ ਦੀ ਹਾਈਡਰੋਜਨ ਬੇਸ ਦੇ OH ਨਾਲ ਰਿਐਕਟ ਕਰਕੇ ਵਾਟਰ, ਜਿਹਦੀ ਕੀ ਨੇਚਰ ਕੀ ਆ? ਨਿਊਟਰਲ ਹੁੰਦੀ ਹੈ, ਬਣਾ ਦੇਵੇ, ਔਰ ਨਾਲ ਹੀ ਨਾਲ ਸਾਡੇ ਕੋਲ ਇੱਕ ਹੋਰ ਸਪੀਸੀਜ਼ ਵੀ ਬਣਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਸਾਲਟ। ਸੋ ਸਾਲਟ ਸਾਡੇ ਕੋਲ ਬਣੂਗਾ ਸੋਡੀਅਮ ਕਲੋਰਾਈਡ, ਇਹ ਵੀ ਨਿਊਟਰਲ ਹੁੰਦਾ ਹੈ। ਸੋ ਐਸਿਡ ਤੇ ਬੇਸ ਬਣਨ ਤੋਂ ਬਾਅਦ ਸਾਡੇ ਕੋਲ ਵਾਟਰ ਤੇ ਸਾਲਟ ਬਣਦੇ ਆ। ਸੋ ਦਿਸ ਇਜ਼ ਐਨ ਇਨਆਰਗੈਨਿਕ ਸਾਲਟ। ਆਹ ਵਾਲਾ ਸਾਲਟ ਹੈ ਜਿਹਦੀ ਮੈਂ ਗੱਲ ਕੀਤੀ ਆ। ਹੁਣ ਰਾਜੇ ਇਸੇ ਰਿਐਕਸ਼ਨ ਨੂੰ ਜੇ ਮੈਂ ਉਲਟਾ ਕਰਦਾ, ਸੋਡੀਅਮ ਕਲੋਰਾਈਡ, ਅਸੀਂ ਇਹਦਾ ਰਿਐਕਸ਼ਨ ਕਰਨਾ ਵਾਟਰ ਦਾ ਫਾਰਮੂਲਾ ਹੁੰਦਾ H2O। ਮੈਂ ਵਾਟਰ ਨੂੰ ਇਸ ਤਰ੍ਹਾਂ ਕਰਕੇ ਲਿਖ ਦਿੰਨੀ ਆ, ਆਹ ਪਾਣੀ ਦਾ ਪੋਜ਼ਿਟਿਵ ਹਿੱਸਾ ਹੈ, ਪਾਣੀ ਦਾ ਨੈਗੇਟਿਵ ਹਿੱਸਾ। ਇਸੇ ਤਰ੍ਹਾਂ ਇਹ ਸਾਲਟ ਦਾ ਆਹ ਵਾਲਾ ਹਿੱਸਾ ਪੋਜ਼ਿਟਿਵ, ਇਲੈਕਟ੍ਰੋ ਪੋਜ਼ਿਟਿਵ, ਔਰ ਆਹ ਹਿੱਸਾ ਇਲੈਕਟ੍ਰੋ ਨੈਗੇਟਿਵ ਹੈ। ਜਦੋਂ ਇਹਨਾਂ ਦੋਨਾਂ ਨੇ ਆਪਸ 'ਚ ਰਿਐਕਸ਼ਨ ਕਰਨਾ ਹੈ, ਜਿਸ ਤਰ੍ਹਾਂ ਇਸ ਰਿਐਕਸ਼ਨ ਨੂੰ ਅਸੀਂ ਨਿਊਟਰਲਾਈਜੇਸ਼ਨ ਰਿਐਕਸ਼ਨ ਨਾਮ ਦਿੱਤਾ, ਇਸੇ ਤਰ੍ਹਾਂ ਜੇ ਕੋਈ ਸਾਲਟ ਪਾਣੀ ਨਾਲ ਰਿਐਕਟ ਕਰਦਾ ਹੈ, ਇਸ ਪ੍ਰੋਸੈਸ ਨੂੰ ਅਸੀਂ ਕਹਿੰਦੇ ਆ ਹਾਈਡਰੋਲਿਸਿਸ। ਤਾਂ ਹਾਈਡਰੋਲਿਸਿਸ ਦੇ ਦੌਰਾਨ ਕਿਸੇ ਵੀ ਐਸਿਡ ਦਾ ਪੋਜ਼ਿਟਿਵ ਹਿੱਸਾ ਪਾਣੀ ਦੇ ਨੈਗੇਟਿਵ ਹਿੱਸੇ ਨਾਲ ਰਿਐਕਟ ਕਰੂਗਾ। ਸਾਡੇ ਕੋਲ ਬੇਸ ਬਣਦਾ ਹੈ ਸੋਡੀਅਮ ਹਾਈਡਰੋਕਸਾਈਡ, ਦਿਸ ਇਜ਼ ਏ ਬੇਸ, ਰਾਈਟ। ਔਰ ਜਿਹੜਾ ਸਾਲਟ ਦਾ ਨੈਗੇਟਿਵ ਹਿੱਸਾ ਹੈ ਉਹ ਪਾਣੀ ਦੇ ਪੋਜ਼ਿਟਿਵ ਹਿੱਸੇ ਨਾਲ ਰਿਐਕਟ ਕਰੂਗਾ, ਔਰ ਸਾਡੇ ਕੋਲ ਜਿਹੜੀ ਸਪੀਸੀਜ਼ ਬਣੂਗੀ HCl ਸਾਡੇ ਕੋਲ ਕੀ ਹੈ? ਐਸਿਡ, ਰਾਈਟ। ਤਾਂ ਕਿਸੇ ਵੀ ਸਾਲਟ ਦਾ ਜਿਹੜਾ ਹਿੱਸਾ ਵਾਟਰ ਨਾਲ ਰਿਐਕਟ ਕਰਕੇ ਬੇਸ ਦਵੇ, ਉਹਦੇ ਉਸ ਹਿੱਸੇ ਨੂੰ ਅਸੀਂ ਕਹਿੰਦੇ ਆ ਬੇਸਿਕ ਰੈਡੀਕਲ। ਔਰ ਕਿਸੇ ਵੀ ਸਾਲਟ ਦਾ ਜਿਹੜਾ ਹਿੱਸਾ ਵਾਟਰ ਨਾਲ ਰਿਐਕਟ ਕਰਕੇ ਐਸਿਡ ਦਵੇ, ਉਹਦੇ ਉਸ ਹਿੱਸੇ ਨੂੰ ਅਸੀਂ ਕਹਿੰਦੇ ਆ ਐਸਿਡਿਕ ਰੈਡੀਕਲ। ਹੁਣ ਇਸ ਸੋਡੀਅਮ ਕਲੋਰਾਈਡ ਨਾਂ ਦੇ ਸਾਲਟ ਦੇ ਵਿੱਚੋਂ ਸੋਡੀਅਮ ਨੇ ਵਾਟਰ ਨਾਲ ਰਿਐਕਟ ਕਰਕੇ ਬੇਸ ਬਣਾਇਆ, ਇਸ ਕਰਕੇ ਅਸੀਂ ਸੋਡੀਅਮ ਨੂੰ ਕੀ ਕਵਾਂਗੇ? ਦਿਸ ਇਜ਼ ਨੋਨ ਐਜ਼ ਬੇਸਿਕ ਰੈਡੀਕਲ। ਔਰ ਸਿਮਿਲਰਲੀ ਕਲੋਰੀਨ ਜਿਹੜਾ ਹੈ, ਕਲੋਰਾਈਡ ਹੈ,
ਇਹਨੇ ਵਾਟਰ ਦੇ ਨਾਲ ਰਿਐਕਸ਼ਨ ਸ਼ੋ ਕਰਕੇ ਐਸਿਡ ਬਣਾਇਆ, ਤਾਂ ਇਸ ਕਰਕੇ ਅਸੀਂ ਇਸ ਰੈਡੀਕਲ ਨੂੰ ਨਾਮ ਦੇਵਾਂਗੇ ਦਿਸ ਇਜ਼ ਨੋਨ ਐਜ਼ ਐਸਿਡਿਕ ਰੈਡੀਕਲ, ਰਾਈਟ। ਸੋ ਕਿਸੇ ਵੀ ਇਨਆਰਗੈਨਿਕ ਸਾਲਟ ਦੇ ਦੋ ਹਿੱਸੇ ਹੁੰਦੇ ਆ, ਇੱਕ ਹਿੱਸਾ ਇਲੈਕਟ੍ਰੋ ਪੋਜ਼ਿਟਿਵ ਹੁੰਦਾ, ਦੂਸਰਾ ਹਿੱਸਾ ਇਲੈਕਟ੍ਰੋ ਨੈਗੇਟਿਵ ਹੁੰਦਾ। ਜਿਹੜਾ ਇਲੈਕਟ੍ਰੋ ਪੋਜ਼ਿਟਿਵ, ਇਹਨਾਂ ਦੋਨਾਂ ਹਿੱਸਿਆਂ ਨੂੰ ਅਸੀਂ ਇੱਕ ਕਾਮਨ ਨਾਮ ਦਿੰਦੇ ਆ, ਦੈਟ ਨੇਮ ਇਜ਼ ਨੋਨ ਐਜ਼ ਰੈਡੀਕਲਸ। ਸੋ ਜਿਹੜੇ ਰੈਡੀਕਲ ਦੇ ਉੱਤੇ ਪੋਜ਼ਿਟਿਵ ਚਾਰਜ ਆ ਉਹਨੂੰ ਅਸੀਂ ਕਹਿੰਦੇ ਆ ਇਲੈਕਟ੍ਰੋ ਪੋਜ਼ਿਟਿਵ ਰੈਡੀਕਲ, ਔਰ ਜਿਹੜੇ ਹਿੱਸੇ ਤੇ ਨੈਗੇਟਿਵ ਚਾਰਜ ਆ ਉਹਨੂੰ ਅਸੀਂ ਕਹਿੰਦੇ ਆ ਇਲੈਕਟ੍ਰੋ ਨੈਗੇਟਿਵ ਰੈਡੀਕਲ। ਔਰ ਇਲੈਕਟ੍ਰੋ ਪੋਜ਼ਿਟਿਵ ਰੈਡੀਕਲ ਨੂੰ ਬੇਸਿਕ ਰੈਡੀਕਲ ਵੀ ਕਿਹਾ ਜਾਂਦਾ ਕਿਉਂਕਿ ਇਹ ਪਾਣੀ ਨਾਲ ਰਿਐਕਸ਼ਨ ਸ਼ੋ ਕਰਕੇ ਕੀ ਦਿੰਦੇ ਆ, ਸਾਡੇ ਕੋਲ ਬੇਸ ਦਿੰਦੇ ਆ। ਔਰ ਜਿਹੜਾ ਇਲੈਕਟ੍ਰੋ ਨੈਗੇਟਿਵ ਰੈਡੀਕਲ ਹੈ ਇਹਨੂੰ ਐਸਿਡਿਕ ਰੈਡੀਕਲ ਵੀ ਕਿਹਾ ਜਾਂਦਾ ਬਿਕੋਜ਼ ਇਹ ਪਾਣੀ ਨਾਲ ਰਿਐਕਟ ਕਰਕੇ ਸਾਨੂੰ ਕੀ ਦਿੰਦੇ ਆ, ਐਸਿਡ ਦਿੰਦੇ ਆ, ਰਾਈਟ। ਸੋ ਦਿਸ ਇਜ਼ ਦ ਡੈਫੀਨੇਸ਼ਨ ਆਫ ਰੈਡੀਕਲਸ। ਰੈਡੀਕਲ ਕੀ ਹੁੰਦੇ ਆ ਸਾਡੇ ਕੋਲ, ਜੇ ਅਸੀਂ ਸਿੰਪਲ ਤੌਰ ਤੇ ਇਹਦੀ ਡੈਫੀਨੇਸ਼ਨ ਪੜ੍ਹਨਾ ਚਾਹੀਏ, ਰੈਡੀਕਲਸ every inorganic compound is made up of two electrically charged parts called radical। मतलब हर एक inorganic compound दो हिस्सियां दा बनिया होया है, दो चार्ज पार्टिकल्स दा बनिया होया हुंदा है, और ਉਹ ना चार्ज पार्टिकल्स ਨੂੰ ਅਸੀਂ ਕੀ ਕਹਿੰਦੇ ਆ, ਰੈਡੀਕਲਸ ਕਹਿੰਦੇ ਆ। One part has positive charge called basic radical, while other part has negative charge, and that part of the salt is known as the acidic radical. For example, sodium chloride, when it reacts with water, it provide us HCl acid and sodium hydroxide base. So the sodium radical will be the basic radical and chloride radical will be the acidic radical. So acidic radical on hydrolysis will produce acid, while basic radical on hydrolysis with water will produce the base. So definition of radicals, it is defined as an atom or group of atom which form a part of an inorganic compound. So what is the definition of radical? It is defined, every radical the definition है, every radical the alternative definition है। It is defined as an atom or group of atoms which form a part of an inorganic compound, right। ਹੁਣ ਅਸੀਂ radicals ਦੀਆਂ type ਪੜ੍ਹਦੇ ਹਾਂ। On the basis of charge, radical are of two types, electropositive radical and electronegative radical। ਜੇ ਕਿਸੇ ਵੀ ਰੈਡੀਕਲ ਦੇ ਉੱਤੇ ਪੋਜ਼ਿਟਿਵ ਚਾਰਜ ਸ਼ੋ ਹੁੰਦਾ ਹੈ ਉਸ ਰੈਡੀਕਲ ਨੂੰ ਅਸੀਂ ਕਹਿੰਦੇ ਆ ਇਲੈਕਟ੍ਰੋਪੋਜ਼ਿਟਿਵ ਰੈਡੀਕਲ। ਫॉर एग्जांपल, ਜਿਸ ਤਰ੍ਹਾਂ ਮੈਂ ਕੈਲਸ਼ੀਅਮ ਲਿਖਿਆ Ca positive 2, ਸਪੋਜ਼ Ca positive 2, ਇਸ ਰੈਡੀਕਲ ਦੇ ਉੱਤੇ ਜਿਹੜਾ ਚਾਰਜ ਹੈ ਉਹ ਪਲੱਸ ਚਾਰਜ ਹੈ, ਇਸ ਕਰਕੇ ਇਸ ਰੈਡੀਕਲ ਨੂੰ ਮੈਂ ਕਿਹੜਾ ਰੈਡੀਕਲ ਕਹੂੰਗੀ, ਦਿਸ ਇਜ਼ ਨੋਨ ਐਜ਼ ਇਲੈਕਟ੍ਰੋ पॉजिटिव रैडिकल, राइट। इसी तरह सोडियम आयन, ਇਹਦੇ ਤੇ ਵੀ ਕਿਹੜਾ ਚਾਰਜ ਹੈ, ਪਲੱਸ ਚਾਰਜ ਹੈ, ਇਸ ਕਰਕੇ ਇਸ ਰੈਡੀਕਲ ਨੂੰ ਵੀ ਅਸੀਂ ਕੀ ਕਵਾਂਗੇ, ਇਲੈਕਟ੍ਰੋਪੋਜ਼ਿਟਿਵ ਰੈਡੀਕਲ। ਸਿਮਿਲਰਲੀ ਮੈਗਨੀਸ਼ੀਅਮ ਆਇਨ, ਇਹਦੇ ਉੱਤੇ ਵੀ ਪੋਜ਼ਿਟਿਵ ਚਾਰਜ ਹੈ, ਇਹਨੂੰ ਵੀ ਅਸੀਂ ਕੀ ਕਵਾਂਗੇ, ਇਲੈਕਟ੍ਰੋਪੋਜ਼ਿਟਿਵ ਰੈਡੀਕਲ। ਔਰ ਜੇ ਇਲੈਕਟ੍ਰੋਪੋਜ਼ਿਟਿਵ ਰੈਡੀਕਲ ਨੂੰ ਸਿੰਪਲ ਜਿਹੇ ਤਰੀਕੇ ਦੇ ਨਾਲ ਯਾਦ ਕਰਨਾ ਹੋਵੇ, ਜਿੰਨੇ ਵੀ ਮੈਟਲਸ ਦੇ ਆਇਨ ਹੁੰਦੇ ਆ, all the metallic ions are electropositive in nature। ਜੇ ਤੁਸੀਂ ਮੈਨੂੰ ਕਹੋ ਜ਼ਿੰਕ ਦਾ ਆਇਨ, ਉਹ ਵੀ ਇਲੈਕਟ੍ਰੋਪੋਜ਼ਿਟਿਵ ਹੋਊਗਾ। ਜੇ ਮੈਨੂੰ ਪੁੱਛੋ ਨਿਕਲ ਦਾ ਆਇਨ, ਉਹ ਵੀ ਇਲੈਕਟ੍ਰੋਪੋਜ਼ਿਟਿਵ ਹੋਊਗਾ। ਜੇ ਤੁਸੀਂ ਮੈਨੂੰ ਪੁੱਛੋ ਲੈਡ ਦਾ ਆਇਨ, ਉਹ ਵੀ ਇਲੈਕਟ੍ਰੋਪੋਜ਼ਿਟਿਵ ਹੋਊਗਾ। ਜੇ ਤੁਸੀਂ ਮੈਨੂੰ ਪੁੱਛੋ ਕਾਪਰ ਦਾ ਆਇਨ, ਉਹ ਵੀ ਇਲੈਕਟ੍ਰੋਪੋਜ਼ਿਟਿਵ ਹੋਊਗਾ। ਤਾਂ ਜਨਰਲ ਤੌਰ ਤੇ ਜਿੰਨੇ ਵੀ ਮੈਟਲਸ ਦੇ ਆਇਨ ਹੁੰਦੇ ਆ, ਦੇ ਆਲ ਆਰ ਇਲੈਕਟ੍ਰੋਪੋਜ਼ਿਟਿਵ ਇਨ ਨੇਚਰ। ਅਗਲੀ ਕੈਟਾਗਰੀ ਬੇਟਾ ਸਾਡੇ ਕੋਲ ਆ ਗਈ ਹੈ ਜੀ ਇਲੈਕਟ੍ਰੋਨੈਗੇਟਿਵ ਰੈਡੀਕਲਸ। ਰੈਡੀਕਲ ਵਿਦ ਨੈਗੇਟਿਵ ਚਾਰਜ ਆਰ ਕਾਲਡ ਇਲੈਕਟ੍ਰੋਨੈਗੇਟਿਵ ਰੈਡੀਕਲਸ, ਔਰ ਇਹਨਾਂ ਨੂੰ ਅਸੀਂ ਐਸਿਡਿਕ ਰੈਡੀਕਲ ਵੀ ਕਹਿੰਦੇ ਹਾਂ। ਔਰ ਜਿਨ੍ਹਾਂ ਰੈਡੀਕਲਸ ਦੇ ਉੱਤੇ ਨੈਗੇਟਿਵ ਚਾਰਜ ਹੋਵੇ, ਫॉर एग्जांपल oxide ion O-2, this is electronegative radical, right। इसी तरह साडे कोल fluoride ion F-1,
this is again electronegative radical. Chloride ion, it is again electronegative radical. Similarly ਸਾਡੇ ਕੋਲ sulfide ion ਆ ਗਏ, it is again electronegative radical. Generally ਅਸੀਂ ਇਹ ਕਹਿ ਸਕਦੇ ਹਾਂ ions of non-metals are usually electronegative in nature. नॉन मैटल ਦੇ ਆਇਨਸ ਮੋਸਟ ਪ੍ਰੋਬੇਬਲੀ ਇਲੈਕਟ੍ਰੋਨੈਗੇਟਿਵ ਨੇਚਰ ਦੇ ਹੁੰਦੇ ਆ, ਰਾਈਟ। ਇਸ ਤੋਂ ਬਾਅਦ ਇੱਕ ਹੋਰ ਤਰੀਕੇ ਦੇ ਨਾਲ ਅਸੀਂ ਰੈਡੀਕਲ ਨੂੰ ਐਕਸਪਲੇਨ ਕਰ ਸਕਦੇ ਹਾਂ। ਸੋ ਇੱਕ ਹੋਰ ਚੀਜ਼ ਤੁਸੀਂ ਯਾਦ ਰੱਖਣੀ ਹੈ, ਇਹ ਰੈਡੀਕਲ ਕੈਨ ਨਾਟ ਐਗਜ਼ਿਸਟ ਇੰਡੀਪੈਂਡੈਂਟਲੀ। ਜਦੋਂ ਕੋਈ ਵੀ ਚੀਜ਼ ਰੈਡੀਕਲ ਫਾਰਮ ਦੇ ਵਿੱਚ ਆ ਗਈ, ਉਹ ਕਿਸੇ ਦੂਸਰੇ ਐਟਮ ਨਾਲ, ਕਿਸੇ ਦੂਸਰੇ ਆਇਨ ਦੇ ਨਾਲ ਜੁੜ ਕੇ ਕੰਪਾਊਂਡ ਬਣਾਊਗੀ, ਉਹ ਇੰਡੀਪੈਂਡੈਂਟਲੀ ਐਗਜ਼ਿਸਟ ਨਹੀਂ ਕਰ ਸਕਦੇ। ਨਾਓ ਔਨ ਦ ਬੇਸਿਸ ਆਫ देयर ਕੰਪੋਜੀਸ਼ਨ ਰੈਡੀਕਲ ਆਰ ਆਫ ਟੂ ਟਾਈਪਸ, ਸਿੰਪਲ ਰੈਡੀਕਲ ਐਂਡ ਕੰਪਲੈਕਸ ਰੈਡੀਕਲ। ਇੱਕ ਹੋਰ ਤਰੀਕੇ ਦੇ ਨਾਲ ਅਸੀਂ ਰੈਡੀਕਲਸ ਨੂੰ ਡਿਵਾਈਡ ਕਰ ਸਕਦੇ ਹਾਂ। ਉਹ ਕਿਹੜੇ ਤਰੀਕਾ ਆ ਗਿਆ? ਦਿਸ ਮੈਥਡ ਇਜ਼ ਸਿੰਪਲ ਰੈਡੀਕਲ। ਜਿਹੜੇ ਰੈਡੀਕਲ ਸਿਰਫ ਇੱਕੋ ਹੀ ਐਲੀਮੈਂਟ ਦੇ ਐਟਮਸ ਦੇ ਬਣੇ ਹੋਏ ਹੁੰਦੇ ਆ, ਦੋਜ਼ ਰੈਡੀਕਲਸ ਆਰ ਨੋਨ ਐਜ਼ ਸਿੰਪਲ ਰੈਡੀਕਲਸ। ਫॉर एग्जांपल ਫਲੋਰਾਈਡ ਆਇਨ, ਇਹਦੇ ਚ ਫਲੋਰੀਨ ਐਲੀਮੈਂਟ ਹੀ ਹੈ, ਇਸ ਕਰਕੇ ਅਸੀਂ ਇਹਨੂੰ ਕੀ ਕਵਾਂਗੇ? ਸਿੰਪਲ ਰੈਡੀਕਲ। ਕਲੋਰਾਈਡ ਆਇਨ, it is again simple radical. Similarly oxide ion, it is again simple radical. Sulfide ion, it is again simple radical. And phosphide ion, it is again simple radical. ਇਸ ਤੋਂ ਬਾਅਦ ਆ ਗਏ ਸਾਡੇ ਕੋਲ complex radical. Complex radical, which radicals are made up of more than one kind of atoms. ਮਤਲਬ ਜਿਨ੍ਹਾਂ ਰੈਡੀਕਲਸ ਦੇ ਵਿੱਚ ਇੱਕ ਦੇ ਨਾਲੋਂ ਵਧੇਰੇ ਤਰ੍ਹਾਂ ਦੇ ਐਲੀਮੈਂਟ ਦੇ ਐਟਮਸ ਪ੍ਰੈਜ਼ੈਂਟ ਹੁੰਦੇ ਆ, ਉਹਨਾਂ ਰੈਡੀਕਲਸ ਨੂੰ ਅਸੀਂ ਕਹਿੰਦੇ ਆ ਕੰਪਲੈਕਸ ਰੈਡੀਕਲ। ਫॉर एग्जांपल ਸਾਡੇ ਕੋਲ ਬੜੀ ਕਾਮਨ ਜੀ ਐਗਜ਼ਾਮਪਲ ਹੈ ਹਾਈਡਰੋਕਸਾਈਡ ਆਇਨ। ਇਹਦੇ ਵਿੱਚ ਇੱਕ ਐਲੀਮੈਂਟ ਆਕਸੀਜਨ ਹੈ, ਦੂਸਰਾ ਐਲੀਮੈਂਟ ਹਾਈਡਰੋਜਨ ਹੈ। ਤਾਂ ਇਸ ਰੈਡੀਕਲ ਨੂੰ ਅਸੀਂ ਸਿੰਪਲ ਨਹੀਂ ਕਵਾਂਗੇ, ਕਿਉਂਕਿ ਇਹਦੇ ਵਿੱਚ ਦੋ ਤਰ੍ਹਾਂ ਦੇ ਐਲੀਮੈਂਟ ਦੇ ਐਟਮ ਪ੍ਰੈਜ਼ੈਂਟ ਹੈ। ਇਸ ਕਰਕੇ ਇਸ ਰੈਡੀਕਲ ਨੂੰ ਅਸੀਂ ਕਿਹੜਾ ਰੈਡੀਕਲ ਕਵਾਂਗੇ? ਦਿਸ ਰੈਡੀਕਲ ਇਜ਼ ਨੋਨ ਐਜ਼ ਦਾ ਕੰਪਲੈਕਸ ਰੈਡੀਕਲ। ਸਿਮਿਲਰਲੀ ਸਾਡੇ ਕੋਲ ਕਾਰਬੋਨੇਟ ਹੈ CO3-2। ਹੁਣ ਇਹ ਕਾਰਬੋਨੇਟ ਜਿਹੜਾ ਰੈਡੀਕਲ ਹੈ, ਇਸ ਰੈਡੀਕਲ ਦੇ ਵਿੱਚ ਇੱਕ ਐਲੀਮੈਂਟ ਕਾਰਬਨ ਹੈ, ਦੂਸਰਾ ਆਕਸੀਜਨ ਹੈ। ਇਸ ਕਰਕੇ ਅਸੀਂ ਇਹਨੂੰ ਸਿੰਪਲ ਰੈਡੀਕਲ ਨਹੀਂ ਕਵਾਂਗੇ, ਇਟ ਇਜ਼ ਆਲਸੋ ਨੋਨ ਐਜ਼ complex radical. Similarly सल्फेट आयन है SO4-2, ਇਹਨੂੰ ਵੀ ਅਸੀਂ ਸਿੰਪਲ ਰੈਡੀਕਲ ਨਹੀਂ ਕਵਾਂਗੇ, ਦਿਸ ਇਜ਼ ਨੋਨ ਐਜ਼ ਕੰਪਲੈਕਸ ਰੈਡੀਕਲ। ਸਿਮਿਲਰਲੀ ਸਾਡੇ ਕੋਲ CH3COO-1, ਦਿਸ ਇਜ਼ ਐਸੀਟੇਟ ਰੈਡੀਕਲ। ਇਹਦੇ 'ਚ ਦੇਖੋ ਸਾਡੇ ਕੋਲ 3-4 ਤਰ੍ਹਾਂ ਦੇ ਐਲੀਮੈਂਟ ਪ੍ਰੈਜ਼ੈਂਟ ਹੈ, ਕਾਰਬਨ, ਹਾਈਡਰੋਜਨ, 3 ਤਰ੍ਹਾਂ ਦੇ ਆਕਸੀਜਨ। ਸੋ ਇਸ ਰੈਡੀਕਲ ਨੂੰ ਵੀ ਅਸੀਂ ਕਿਹੜਾ ਰੈਡੀਕਲ ਕਵਾਂਗੇ? ਦਿਸ ਰੈਡੀਕਲ ਇਜ਼ ਆਲਸੋ ਨੋਨ ਐਜ਼ ਕੰਪਲੈਕਸ ਰੈਡੀਕਲ। ਤਾਂ ਜਿਹੜੇ ਰੈਡੀਕਲ ਇੱਕ ਹੀ ਤਰ੍ਹਾਂ ਦੇ ਐਲੀਮੈਂਟ ਦੇ ਐਟਮ ਦੇ ਬਣੇ ਹੋਏ ਹੁੰਦੇ ਆ, ਦੇ ਆਰ ਸਿੰਪਲ ਰੈਡੀਕਲ। ਔਰ ਜਿਨ੍ਹਾਂ ਦੇ ਵਿੱਚ ਇੱਕ ਨਾਲੋਂ ਵੱਧ ਐਲੀਮੈਂਟ ਦੇ ਐਟਮ ਪ੍ਰੈਜ਼ੈਂਟ ਹੁੰਦੇ ਆ, ਦੇ ਆਰ ਨੋਨ ਐਜ਼ ਕੰਪਲੈਕਸ ਰੈਡੀਕਲ, ਰਾਈਟ। ਸੋ ਰੈਡੀਕਲ ਸਾਡੇ ਕੋਲ ਕੀ ਹੈ, ਇੱਕ ਵਾਰੀ ਫੇਰ ਸਮਝ ਲਈਏ। ਰੈਡੀਕਲਸ ਕੀ ਹੈ? they are the parts of an inorganic compound. So every inorganic compound is made up of two parts. Its one part will be electropositive in nature and other will be electronegative in nature. So these charge part of an inorganic compound are known as the radicals, right? So ਇਹਨਾਂ ਰੈਡੀਕਲਸ ਨੂੰ ਯਾਦ ਰੱਖਣ ਵਾਸਤੇ ਅਸੀਂ ਕੁਛ ਇੱਕ ਫਾਰਮੂਲੇ ਸਾਨੂੰ ਯਾਦ ਕਰਨੇ ਪੈਣਗੇ। ਉਹਨਾਂ ਵਾਸਤੇ ਮੈਂ ਤੁਹਾਨੂੰ ਲਿਸਟ ਦਊਂਗੀ ਉਹਨਾਂ ਰੈਡੀਕਲਸ ਦੀ। ਕੁਛ ਲਿਸਟ ਦੇ ਵਿੱਚ ਅਸੀਂ ਇਲੈਕਟ੍ਰੋਪੋਜ਼ਿਟਿਵ ਰੈਡੀਕਲ ਲਿਖਨੇ ਆ ਔਰ ਦੂਸਰੀ ਲਿਸਟ ਦੇ ਵਿੱਚ ਅਸੀਂ ਇਲੈਕਟ੍ਰੋਨੈਗੇਟਿਵ ਰੈਡੀਕਲ ਲਿਖਨੇ ਆ। ਸੋ ਲਿਸਟ ਆਫ ਇਲੈਕਟ੍ਰੋਪੋਜ਼ਿਟਿਵ ਰੈਡੀਕਲਸ। ਲਿਸਟ ਆਫ ਇਲੈਕਟ੍ਰੋਪੋਜ਼ਿਟਿਵ ਰੈਡੀਕਲ ਮਤਲਬ ਉਹ ਰੈਡੀਕਲ ਜਿਨ੍ਹਾਂ ਤੇ ਕਿਹੜਾ ਚਾਰਜ ਹੋਵੇ? ਪੋਜ਼ਿਟਿਵ ਚਾਰਜ ਹੋਵੇ, ਰਾਈਟ। ਔਰ ਇਹ ਚਾਰਜ 1 2 3 4 ਜਿੰਨਾ ਮਰਜ਼ੀ ਹੋ ਸਕਦਾ। ਜੇ ਕਿਸੇ ਰੈਡੀਕਲ ਦੇ ਉੱਤੇ +1 ਚਾਰਜ ਹੈ, ਅਸੀਂ ਉਹਨੂੰ ਕਵਾਂਗੇ ਮੋਨੋਵੇਲੈਂਟ ਰੈਡੀਕਲਸ, ਜਿਨ੍ਹਾਂ ਤੇ +1 ਚਾਰਜ ਹੈ। ਸੈਕਿੰਡ ਲਿਸਟ ਅਸੀਂ ਬਣਾਵਾਂਗੇ ਬਾਈਵੇਲੈਂਟ ਰੈਡੀਕਲਸ ਦੀ। ਬਾਈਵੇਲੈਂਟ ਮਤਲਬ
ਰੈਡੀਕल्स ਜਿਨ੍ਹਾਂ ਰੈਡੀਕल्स ਤੇ +2 ਚਾਰਜ ਹੋਵੇ। ਐਂਡ ਥਰਡ ਲਿਸਟ ਅਸੀਂ ਜਿਹੜੇ ਰੈਡੀਕਲ ਦੀ ਬਣਾਵਾਂਗੇ, ਦੋਜ਼ ਰੈਡੀਕल्स ਆਰ ਟ੍ਰਾਈਵੇਲੈਂਟ ਰੈਡੀਕल्स ਜਿਨ੍ਹਾਂ ਰੈਡੀਕल्स ਤੇ +3 ਚਾਰਜ ਹੋਵੇ, ਰਾਈਟ। ਸੋ ਇਹਨਾਂ ਰੈਡੀਕल्स ਦੇ ਵਿੱਚੋਂ ਲਿਸਟ ਤਾਂ ਬਹੁਤ ਲੰਬੀ ਚੌੜੀ ਹੈ, ਪਰ ਮੈਂ ਕੁਝ ਇੰਪੋਰਟੈਂਟ ਰੈਡੀਕल्स ਹੀ ਇੱਥੇ ਲਿਖੂੰਗੀ। ਜਿਸ ਤਰ੍ਹਾਂ ਹਾਈਡਰੋਜਨ +1, ਸੋ ਇਸ ਰੈਡੀਕਲ ਨੂੰ ਅਸੀਂ ਹਾਈਡਰੋਜਨ ਹੀ ਕਵਾਂਗੇ। ਸਿਮਿਲਰਲੀ Na+1, ਸੋ ਇਹਨੂੰ ਅਸੀਂ ਸੋਡੀਅਮ ਹੀ ਕਵਾਂਗੇ। ਸਿਮਿਲਰਲੀ K+1, ਇਹਨੂੰ ਅਸੀਂ ਪੋਟਾਸ਼ੀਅਮ ਹੀ ਕਵਾਂਗੇ। ਸਿਮਿਲਰਲੀ ਸਾਡੇ ਕੋਲ ਸਿਲਵਰ, ਇਹਨੂੰ ਅਸੀਂ ਸਿਲਵਰ ਹੀ ਪੜਾਂਗੇ। Cu+1, ਇਹਨੂੰ ਅਸੀਂ ਕਿਊਪਰਸ ਪੜਾਂਗੇ। ਇਹਨੂੰ ਕਿਊਪਰਸ ਵੀ ਲਿਖ ਸਕਦੇ ਹਾਂ, ਇਹਨੂੰ ਕਾਪਰ 1 ਵੀ ਲਿਖ ਸਕਦੇ ਹਾਂ, ਰਾਈਟ। ਸਿਮਿਲਰਲੀ ਸਾਡੇ ਕੋਲ Hg+1, ਸੋ ਦਿਸ ਇਜ਼ ਮਰਕਿਊਰਸ। ਮਰਕਿਊਰਸ ਨੂੰ ਕਈ ਵਾਰ ਦੋ ਤਰੀਕੇ ਦੇ ਨਾਲ ਲਿਖ ਦਿੰਦੇ ਆ ਜੀ, H2 ਐਂਡ +2, ਮਤਲਬ ਦੋ एटम्स ते +2 चार्ज और सिंगल एटम ते कितना होगा +1। सो दिस इज अगेन दिस साइन रेडिकल इज आल्सो नोन एज मरक्यूरस। ये इन्हां दे अल्टरनेटिव फार्मूला है, राइट। इस तो बाद ये तो सारे जिन्ने भी रेडिकल मैं लिखे हैं सारे सिंपल है। इस तो इलावा एक होर रेडिकल है NH4+1। इस रेडिकल नूं असीं कहने आ अमोनीयम। सो ये रेडिकल जिहड़ा है दिस इज कॉम्पलैक्स रेडिकल, राइट। लेकिन आ जिन्ने भी रेडिकल असी लिखे आ ये सारे रेडिकल किहड़े आ, दे आर सिंपल रेडिकल्स, राइट। इसी तरह साडे कोल उन्हां दी लिस्ट आ गई बाइवेलेंट रेडिकल। बाइवेलेंट रेडिकल जिन्हां ते +2 चार्ज आवे, फॉर एग्जांपल बेरिलियम Be+2। सैकेंड ग्रुप के जिन्ने भी एलीमेंट होंगे आ वो बाइवेलेंट है। फर्स्ट ग्रुप के एलीमेंट जिस तरह सोडियम पोटाशियम है लिथियम है ये सारे मोनोवेलेंट होंगे आ। बेरिलियम सिमिलरली मैग्नीशियम, मैग्नीज, एंड यू मे आल्सो राइट हेयर जिंक। दिस इज कॉपर है। इत्थे कॉपर की वैलेंसी साडे कोल इहदा ऑक्सीडेशन नंबर +1 सी, इत्थे +2 है, सो इट इज़ क्यूप्रिक हेयर, राइट। सो ये ख्याल रखना है जे एक दे नालों कि कोई ऐसा एलीमेंट जिहदियां एक दे नालों वध वैलेंसी पॉसीबल होण, उन्हां एलीमेंट की वैलेंसी नूं असीं कहने आ वेरीएबल वैलेंसी। और उहदी घट वैलेंसी वाली रेडिकल दे नाल असी सफिक्स अस लेना, और जे ज़्यादा वैलेंसी दे नाल सफिक्स एक लेना है। सो दिस विल बी क्यूप्रिक। दैन Fe+2, दिस रेडिकल इज नोन एज फेरस, राइट। इसी तरह साडे कोल कोई होर रेडिकल निकल, राइट। ये सारे कुछ एक इंपॉर्टेंट रेडिकल मैं लिखे हैं। कैल्शियम ਜਿਹੜੇ ज़्यादा ਵਰਤੋਂ ਦੇ ਵਿੱਚ ਅਸੀਂ ਲੈ ਕੇ ਆਨੇ ਆ। ट्राईवेलेंट रेडिकल जिन्हां दे उत्ते चार्ज कितना होवे +3। ट्राईवेलेंट रेडिकल दे विच ज़्यादा नहीं, मैं इको ही रेडिकल डिस्कस करूँगी, दैट इज़ एलुमीनियम। एलुमीनियम, सो दिस रेडिकल इज ट्राईवेलेंट रेडिकल। एक होर आपां इत्थे लिख लैंदे आ Fe+3, दिस रेडिकल इज नोन एज फेरिक। हुण इत्थे आयरन दी दो पॉसीबल वैलेंसी है। आयरन इत्थे +2 इत्थे +3 है। +2 घट वैलेंसी है, +3 ज़्यादा वैलेंसी है। इस करके इस रेडिकल के नाम पिछे असी सफिक्स अस लगावांगे उस, और इस रेडिकल के नाम पिछे असी सफिक्स एक लगावांगे, IC1। सो दिस इज द लिस्ट ऑफ इलैक्ट्रोपॉजिटिव रेडिकल। और टेट्रावेलेंट रेडिकल भी एक हुंदा जी, इत्थे लिख लैंदे आपां टेट्रावेलेंट रेडिकल।
ਟੈਟਰਾਵੇਲੈਂਟ ਰੈਡੀਕਲ ਦੇ ਵਿੱਚ ਆਪਾਂ ਲੈ